सिर चो प्रकाशन करो, थोड़ा पवित्र आत्मा मदद करे खुदावंद, और जो लाइव सुन के उन्हें तेरी थोड़ी कृपा हो खुदावंद, बड़ा फजल प्रकाश करो ये नाम में आमीन। हालेलुया हालेलुया। सारे ਨੂੰ बड़ी बरकत देवी। ਅਸੀਂ प्रभु ਦੇ वचन ਦੇ ਵਿੱਚੋਂ ਸਿੱਖਦੇ ਆ ਰਹੇ ਹਾਂ ਮਹਾਜਾਜਕ ਦੇ ਵਾਸਤੇ। ਹਾਲੇਲੂਇਆ। ਮਹਾਜਾਜਕ ਦੇ ਵਿਸ਼ੇ ਵਿੱਚ ਜੋ ਅਸੀਂ ਸਿੱਖ ਰਹੇ ਹਾਂ, ਇਹਦੇ ਵਿੱਚ ਅਸੀਂ ਧਿਆਨ ਕਰ ਰਹੇ ਹਾਂ ਪਿਛਲੇ ਦਿਨਾਂ ਤੋਂ ਹਰੂਨ ਦੇ ਸੀਨੇ ਬੰਦ ਤੇ ਜਿਹੜੇ ਲੱਗੇ ਆ ਪੱਥਰ, ਉਹਦੇ ਬਾਰੇ ਆਪਾਂ ਧਿਆਨ ਕਰ ਰਹੇ ਹਾਂ। ਉਹਦੇ ਵਿੱਚ ਆਪਾਂ ਦੇਖ ਰਹੇ ਹਾਂ ਪੱਥਰ ਔਰ ਉਹਨਾਂ ਦੇ ਰੰਗ, ਔਰ ਜਿਹੜੇ ਗੋਤਰ ਦਾ ਨਾਮ ਆਇਆ ਉਹਦੇ ਤੇ, ਔਰ ਉਹਨਾਂ ਦੀ ਆਦਤ। ਹਾਲੇਲੂਇਆ। ਇਹ ਆਪਾਂ ਚੀਜ਼ ਨੂੰ ਦੇਖ ਰਹੇ ਹਾਂ, ਜਿਹਦਾ ਆਪਾਂ ਦੇਖ ਰਹੇ ਹਾਂ ਕਿ ਇਹ 12 ਪੱਥਰਾਂ ਤੋਂ ਭਾਵ ਆ ਕਿ ਜਦੋਂ ਛਾਤੀ ਤੇ ਰੱਖੇ ਗਏ ਆ, ਤੇ ਇਹਦਾ ਮਤਲਬ ਆ 12 ਗੋਤਰਾਂ ਦਾ, 12 ਸੁਭਾਅ ਦੇ ਲੋਕਾਂ ਦਾ ਜਾਜਕ ਨੇ ਕੀ ਕਰਨਾ ਆ? ਬੋਝ ਉਠਾਉਣਾ। ਹਾਲੇਲੂਇਆ ਹਾਲੇਲੂਇਆ। ਸੋ ਇਹਨਾਂ 12 ਸੁਭਾਅ ਦੇ ਗੋਤਰਾਂ ਨੂੰ ਮਸੀਹ ਦੇ ਸੁਭਾਅ ਦੇ ਵਿੱਚ ਲੈ ਕੇ ਆਉਣਾ। ਹਾਲੇਲੂਇਆ। ਔਰ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਹੋਰ ਡੀਪਲੀ ਜਾਣਦੇ ਆ ਤੇ ਆਪਾਂ ਦੇਖਦੇ ਆ ਕਿ ਜਿਹੜੇ 12 ਪੱਥਰ, 12 ਸੁਭਾਅ ਜਿਹੜੇ ਆ ਨਾ, 12 ਆਦਤਾਂ ਜਿਹੜੀਆਂ ਆ, ਉਹ ਸਾਡੇ ਇੱਕ ਇੱਕ ਦੇ ਵਿੱਚ ਵੀ ਪਾਈਆਂ ਜਾਂਦੀਆਂ। ਇਕੱਲੇ ਇਕੱਲੇ ਦੇ ਵਿੱਚ ਵੀ 12 ਆਦਤਾਂ ਪਾਈਆਂ ਜਾਂਦੀਆਂ। ਇੱਕ ਤਾਂ ਤੇ ਸਾਡੇ ਇੱਕ ਇੱਕ ਦੇ ਵਿੱਚ, ਇੱਕ ਤਾਂ ਤੇ ਕੀ ਆ 12 ਆਦਤਾਂ ਸਾਡੇ ਸਾਰਿਆਂ ਦੇ ਵਿੱਚ ਪਾਈਆਂ। ਸੋ ਇਹ 12 ਆਦਤਾਂ ਦਾਸ ਦੀ ਜ਼ਿੰਮੇਵਾਰੀ ਆ। ਉਹਨੇ ਪਰਮੇਸ਼ਰ ਕੋਲ ਪ੍ਰਕਾਸ਼ ਪਾਉਣਾ ਆ ਤੇ ਉਹਨਾਂ ਨੂੰ ਇਹ 12 ਜਿਹੜੇ ਖੁਦਾ ਨੇ ਖੂਬੀਆਂ ਸਮਝ ਲਓ ਦਿੱਤੀਆਂ ਆ, ਉਹਦੇ ਜਿਹੜੇ ਗੁਣ ਦਿੱਤੇ ਆ, ਔਗਣਾਂ ਨੂੰ ਦੂਰ ਕਰਕੇ ਗੁਣਾਂ ਨੂੰ ਸਥਾਪਿਤ ਕਰਨਾ। ਹਾਲੇਲੂਇਆ। ਔਰ ਇਹਦੇ ਵਿੱਚ ਆਪਾਂ 4 ਪੱਥਰ ਦੇਖ ਚੁੱਕੇ ਮੇਰਾ ਖਿਆਲ। ਪਹਿਲਾ ਪੱਥਰ ਦੇਖ ਚੁੱਕੇ ਆਪਾਂ ਲਾਲ ਅਕੀਕ, ਦੂਸਰਾ ਪੱਥਰ ਪਦਮ ਰਾਗ ਜਾਂ ਸੁਨਹਿਰਾ। ਇਹਦੇ ਵਿੱਚ ਤੁਸੀਂ ਹਰਾ ਅਕੀਕ ਲਿਖਿਆ ਸੀ, ਉਹ ਕੱਟ ਦਿਓ। ਔਰ ਉਸ ਤੋਂ ਬਾਅਦ ਤੀਸਰਾ ਪੱਥਰ ਸੀਗਾ ਜਬਰਜਦ ਲਾਲੜੀ। ਹਾਲੇਲੂਇਆ। ਉਹਨੂੰ ਜਬਰਜਦ ਵੀ ਕਿਹਾ ਜਾਂਦਾ ਔਰ ਲਾਲੜੀ ਵੀ ਕਿਹਾ ਜਾਂਦਾ। ਵੱਖ ਵੱਖ ਭਾਸ਼ਾਵਾਂ ਦੇ ਵਿੱਚ ਕੁਝ ਨਾਮ ਹੈ, ਪਰ ਪੰਜਾਬੀ ਨੂੰ ਹੀ ਦੇਖ ਰਹੇ ਹਾਂ। ਔਰ ਉਸ ਤੋਂ ਬਾਅਦ ਆਪਾਂ ਦੇਖ ਰਹੇ ਸੀ ਪੰਨਾ, ਹੈ ਨਾ, ਪੰਨਾ ਦੇ ਬਾਰੇ ਨਾ। ਪੰਨਾ ਨੂੰ ਮਰਕਤ ਵੀ ਕਿਹਾ ਜਾਂਦਾ ਹੈ। ਹਾਲੇਲੂਇਆ। ਸੋ ਇਹਦੇ ਵਿੱਚ ਆਪਾਂ ਜਦੋਂ ਅਲੱਗ-ਅਲੱਗ ਦੇਖੇ ਆ ਪੱਥਰ, ਪਰ ਉਹਨਾਂ ਦੇ ਵਿੱਚ ਨਾਲ ਨਾਲ ਫਿਰ ਉਹਨਾਂ ਨਾਲ ਜੁੜੀ ਹੋਈ ਆਦਤ ਨੂੰ ਵੀ ਦੇਖਿਆ ਹੈ, ਕਿਉਂਕਿ ਕੁਝ ਦਿਖਾਉਂਦੇ ਆ। ਜਿਹੜਾ ਲਾਲ ਅਕੀਕ ਆ, ਇਹਦੇ ਵਿੱਚ ਜਿਹੜੀ ਗੋਤਰ ਨੂੰ ਦੇ ਕੰਮ ਜਿਹੜਾ ਪਾਇਆ ਗਿਆ ਜਾਂ ਕੀ ਆਦਤ ਉਹਦੀ ਪਾਈ ਗਈ ਆ, ਉਹਨੂੰ ਆਪਾਂ ਦੇਖਦੇ ਹਾਂ ਕਿ ਇਹ ਪੁੱਤਰ ਦੇ ਬਲੀਦਾਨ ਦਾ ਪ੍ਰਤੀਕ ਜਾਂ ਲਹੂ ਦਾ ਪ੍ਰਤੀਕ ਹੈ। ਔਰ ਅਗਰ ਇਹਨੂੰ ਤੁਸੀਂ ਹੋਰ ਵੀ ਲਿਖਣਾ ਚਾਹੋ ਤੇ ਲਿਖ ਸਕਦੇ ਹੋ। ਪਹਿਲੇ ਪੱਥਰ ਦੇ ਬਾਰੇ ਵਿੱਚ ਉਹ ਹੈਗਾ ਆ ਯਿਸੂ ਦੇ ਲਹੂ ਦਾ ਵੀ ਪ੍ਰਤੀਕ ਆ, ਪਰਮੇਸ਼ਰ ਦੇ ਪ੍ਰੇਮ ਦਾ ਵੀ ਪ੍ਰਤੀਕ ਆ। ਕਾਹਦਾ ਪ੍ਰਤੀਕ ਹੈ ਇਹ ਲਾਲ ਪੱਥਰ ਦਾ? ਲਾਲ ਅਕੀਕ ਯਿਸੂ ਦੇ ਲਹੂ ਦਾ, ਪਰਮੇਸ਼ਰ ਦੇ ਪ੍ਰੇਮ ਦਾ ਵੀ ਪ੍ਰਤੀਕ ਆ ਔਰ ਮੁਕਤੀ ਦਾ ਵੀ ਪ੍ਰਤੀਕ ਆ। ਬਲੀਦਾਨ ਨਾ ਹੁੰਦਾ ਤੇ ਅਸੀਂ ਮੁਕਤੀ ਪਾ ਸਕਦੇ ਨਹੀਂ। ਹਾਲੇਲੂਇਆ। ਔਰ ਮੈਂ ਤੁਹਾਨੂੰ ਥੋੜਾ ਇਹਨਾਂ ਦੇ ਰੰਗਾਂ ਦੇ ਬਾਰੇ ਹੋਰ ਜਾਣਕਾਰੀ ਦੇਣਾ ਚਾਹੁੰਦਾ। ਤੁਸੀਂ ਥੱਲੇ ਨਾ ਇੱਕ ਉਦਾਹਰਣ ਟਾਈਪ ਲਿਖ ਲਓ। ਬਾਅਦ ਚ ਤੁਸੀਂ ਜਦੋਂ ਪੱਕੇ ਕੰਮ ਤੇ ਲਿਖੋਗੇ ਤੇ ਉਦਾਹਰਣ ਵਿੱਚ ਚੱਕ ਕੇ ਹਰੇਕ ਪੱਥਰ ਦੇ ਨਾਲ ਜਿਹੜਾ ਜੁੜਦਾ ਰੰਗ ਆ ਇਹਨੂੰ ਕਰ ਲਓ। ਹੁਣ ਤੁਸੀਂ ਉਦਾਹਰਣ ਲਿਖ ਕੇ ਉਹਦੇ ਤੇ ਜਿਹੜੇ ਨੰਬਰ ਦਾ ਮੈਂ ਪੱਥਰ ਦੱਸ ਰਿਹਾ ਆ, ਉਹਦੀ ਹੋਰ ਵੀ ਰੰਗਾਂ ਦੀ ਜਿਹੜੀ ਮਹੱਤਤਾ ਆ ਉਹਨਾਂ ਨੂੰ ਆਪਾਂ ਦੇਖ ਲੈਂਦੇ ਹਾਂ। ਉਦਾਹਰਣ ਲਿਖ ਕੇ ਨੰਬਰ 1 ਪੱਥਰ ਦਾ ਕੀ ਦਿਖਾਉਂਦਾ ਆ? ਪੁੱਤਰ ਦੇ ਬਲੀਦਾਨ ਦਾ ਵੀ ਪ੍ਰਤੀਕ ਆ ਔਰ ਨਾਲ ਨਾਲ ਕੀ ਆ? ਪਰਮੇਸ਼ਰ ਦੇ ਪ੍ਰੇਮ ਦਾ ਵੀ ਪ੍ਰਤੀਕ ਆ ਔਰ ਮੁਕਤੀ ਦਾ ਵੀ ਪ੍ਰਤੀਕ। ਦੂਸਰਾ ਸੀਗਾ ਸੁਨਹਿਲਾ ਜਾਂ ਪਦਮ ਰਾਗ,
ਉਹ ਹੈਗਾ ਆ ਧਿਆਨ ਦੇ ਨਾਲ ਸੁਣਨ ਵਾਲੇ ਦਾ ਪ੍ਰਤੀਕ ਹੈ। ਚਾਹੇ ਪਰਮੇਸ਼ਰ ਸਾਡੀ ਧਿਆਨ ਨਾਲ ਸੁਣ ਲਵੇ, ਚਾਹੇ ਅਸੀਂ ਪਰਮੇਸ਼ਰ ਦੀ ਧਿਆਨ ਦੇ ਨਾਲ ਸੁਣ ਲਈਏ। ਹਾਲੇਲੂਇਆ। ਔਰ ਧਿਆਨ ਦੇ ਨਾਲ ਸੁਣਨ ਦੇ ਨਾਲ ਨਾਲ ਇਹ ਜਿਹੜਾ ਹੈਗਾ ਆ ਸੁਨਹਿਲਾ, ਜਦੋਂ ਇਹ ਸ਼ਬਦ ਆਇਆ ਤੇ ਸੁਨਹਿਲਾ ਸ਼ਬਦ ਜਿਹੜਾ ਆ ਸੁਨਹਿਰੀ ਰੰਗ ਦਾ ਵੀ, ਸੋਨੇ ਦੇ ਰੰਗ ਦਾ ਵੀ ਪ੍ਰਤੀਕ ਆ। ਤੋ ਇਹ ਹੋਰ ਕੀ ਦਿਖਾਉਂਦਾ ਆ, ਇਹਦੇ ਚ ਲਿਖ ਲਓ ਦੂਸਰਾ ਨੰਬਰ ਪੱਥਰ ਜਿਹੜਾ ਸੁਨਹਿਲਾ ਪੱਥਰ ਆ। ਪਹਿਲਾਂ 1 ਨੰਬਰ, ਫਿਰ ਥੱਲੇ ਨੰਬਰ 2 ਲਿਖ ਲਓ। ਸੁਨਹਿਲਾ ਪੱਥਰ ਮਹਿਮਾ ਨੂੰ ਦਿਖਾਉਂਦਾ ਆ। ਇਹਦੇ ਨਾਲ ਨਾਲ ਕੀ ਦਿਖਾਉਂਦਾ ਭਲਾ? ਸੁਣਨਾ ਤਾਂ ਹੈ ਹੀ ਆ। ਜਦੋਂ ਸੁਣਦੇ ਆ ਖੁਦਾ ਦੀ ਧਿਆਨ ਦੇ ਨਾਲ, ਤੇ ਜਾਂ ਖੁਦਾ ਸਾਡੀ ਧਿਆਨ ਦੇ ਨਾਲ ਸੁਣਦਾ ਆ ਤੇ ਕੀ ਪ੍ਰਗਟ ਹੁੰਦੀ ਆ ਭਲਾ? ਮਹਿਮਾ ਪ੍ਰਗਟ। ਹਾਲੇਲੂਇਆ, ਹਾਲੇਲੂਇਆ। ਸੋ ਦੂਸਰਾ ਈਸ਼ਵਰਤਾਈ ਦਾ, ਕਿਹਨੂੰ ਦਿਖਾਉਂਦਾ ਭਲਾ? ਈਸ਼ਵਰਤਾਈ ਨੂੰ ਦਿਖਾਉਂਦਾ। ਇਹ ਰੰਗ ਜਿਹੜਾ ਸੁਨਹਿਲਾ ਮਹਿਮਾ ਨੂੰ ਵੀ ਦਿਖਾਉਂਦਾ, ਜਲਾਲ ਨੂੰ ਖੁਦਾ ਨੇ ਦਿਖਾਉਂਦਾ ਹੈ, ਨਾਲ ਕੀ ਦਿਖਾਉਂਦਾ ਆ? ਈਸ਼ਵਰਤਾਈ ਨੂੰ ਵੀ ਦਿਖਾਉਂਦਾ, ਔਰ ਰਾਜਸ਼ਾਹੀ ਨੂੰ ਵੀ ਦਿਖਾਉਂਦਾ। ਰਾਜਸ਼ਾਹੀ ਹੋਰ ਕਿਹਨੂੰ ਦਿਖਾਉਂਦਾ ਜੀ? ਰਾਜਸ਼ਾਹੀ, ਰਾਜ ਕਰਨ ਦੇ, ਯਾਨੀ ਕਿ ਸ਼ਾਹੀ ਤਰੀਕੇ ਨਾਲ ਰਾਜ ਕਰਨ ਦੇ ਢੰਗ ਨੂੰ ਵੀ ਦਿਖਾਉਂਦਾ, ਔਰ ਅਨੰਤ ਪਰਮੇਸ਼ਰ ਨੂੰ ਵੀ ਦਿਖਾਉਂਦਾ। ਕਿਹਦੀ ਝਲਕ ਆਉਂਦੀ ਇਹਦੇ ਵਿੱਚੋਂ? ਅਨੰਤ ਪਰਮੇਸ਼ਰ ਦੀ। ਔਰ ਇਹ ਜਗਵੇਦੀ ਨੂੰ ਵੀ ਦਿਖਾਉਂਦਾ। ਜਗਵੇਦੀ ਜਿਹੜੀ ਆਪਾਂ ਆਂਗਨ 'ਚ ਦੇਖਦੇ ਹਾਂ, ਉਹਦੇ ਚੋਂ ਲਾਂਬੂ ਜਿਹੜੇ ਨਿਕਲਦੇ ਆ, ਉਹ ਕਿਹੜੇ ਕਿਹੜੇ ਰੰਗ ਛੱਡਦੇ ਆ? ਜਗਵੇਦੀ ਨੂੰ ਵੀ ਦਿਖਾਉਂਦਾ। ਔਰ ਫਿਰ ਇਹ ਸੁੰਦਰਤਾ ਨੂੰ ਵੀ ਦਿਖਾਉਂਦਾ ਹੈ। ਕਿਹਨੂੰ ਦਿਖਾਉਂਦਾ ਆ? ਸੁੰਦਰਤਾ ਨੂੰ। ਔਰ ਜਿੱਦਾਂ ਕੀਮਤ ਨੂੰ ਵੀ ਦਿਖਾਉਂਦਾ। ਕੀਮਤੀ, ਜਿਹੜੀ ਕੋਈ ਚੀਜ਼ ਕੀਮਤੀ ਹੋਵੇ ਨਾ, ਕੀਮਤੀਪਨ ਲਿਖ ਲਓ। ਕੀਮਤੀਪਨ ਨੂੰ ਵੀ ਦਿਖਾਉਂਦਾ, ਔਰ ਪਵਿੱਤਰਤਾ ਨੂੰ ਵੀ ਦਿਖਾਉਂਦਾ। ਕੌਮਾ ਪਾਪਾ ਕੇ ਨਾਲ ਲਿਖਦੇ ਜਾਓ। ਕਿਹਨੂੰ ਦਿਖਾਉਂਦਾ ਆ? ਪਵਿੱਤਰਤਾ ਨੂੰ ਵੀ ਦਿਖਾਉਂਦਾ। ਕਿਹੜਾ ਦੇਖ ਰਹੇ ਰੰਗ? ਸੁਨਹਿਲਾ। ਧਾਰਮਿਕਤਾ ਨੂੰ ਵੀ ਦਿਖਾਉਂਦਾ। ਕਿਹਨੂੰ ਦਿਖਾਉਂਦਾ ਆ? ਧਾਰਮਿਕਤਾ। ਤੀਸਰਾ ਸੀਗਾ ਜ਼ਬਰਦਸਤ ਜਾਂ ਲਾਲੜੀ, ਲਾਲ ਅਤੇ ਜਾਮਨੀ ਰੰਗ ਦਾ ਮਿਸ਼ਰਣ। ਇਹ ਪ੍ਰਭੂ ਨਾਲ ਜੁੜੇ ਰਹਿਣ ਦਾ ਵੀ ਕੀ ਹੈ ਭਲਾ? ਪ੍ਰਤੀਕ ਹੈ, ਆਪਾਂ ਦੇਖਿਆ ਸੀ ਨਾ। ਔਰ ਉਹਦੇ ਨਾਲ ਨਾਲ ਇਹ ਕੀ ਆ? ਜਾਜਕਾਈ ਨੂੰ ਵੀ ਦਿਖਾਉਂਦਾ, ਕਿਉਂਕਿ ਇਹ ਲੇਵੀਆਂ ਨੂੰ ਵੀ ਦਿਖਾ ਰਿਹਾ ਨਾ। ਹਾਂ, ਲੇਵੀ ਗੋਤਰ ਨੂੰ ਦਿਖਾ ਰਿਹਾ ਨਾ। ਸੋ ਇਹਦੇ ਨਾਲ ਨਾਲ ਫਿਰ ਕੀ ਆ? ਲੇਵੀਆਂ ਦੇ ਵਿੱਚੋਂ ਕੌਣ ਨਿਕਲ ਕੇ ਆਇਆ ਸੀ? ਜਾਜਕ। ਜਾਜਕਾਈ ਨੂੰ ਵੀ ਦਿਖਾਉਂਦਾ ਹੈ, ਔਰ ਰਾਜਸ਼ਾਹੀ ਨੂੰ ਵੀ ਦਿਖਾਉਂਦਾ ਹੈ। ਰਾਜਸ਼ਾਹੀ, ਸ਼ਾਹੀ ਰਾਜ ਸੀਗਾ ਉਹਨਾਂ ਦੇ ਕੋਲ। ਜਾਜਕਾਂ ਦੇ ਕੋਲ ਕੀ ਸੀਗਾ? ਇੱਕ ਸ਼ਾਹੀ ਰਾਜ ਸੀਗਾ। ਜਿਹੜੇ ਰਾਜੇ ਰੱਖੇ ਜਾਂਦੇ ਸੀਗੇ, ਉਹਨਾਂ ਦਾ ਸੰਬੰਧ ਇਜ਼ਰਾਈਲੀਆਂ ਨਾਲ ਸਰੀਰਕ ਤੌਰ ਤੇ ਰਹਿੰਦਾ ਸੀਗਾ। ਪਰ ਜਿਹੜੇ ਆਪਣੇ ਲੇਵੀ ਰੱਖੇ ਜਾਂਦੇ ਸੀ ਜਾਂ ਪੁਜਾਰੀ ਰੱਖੇ ਜਾਂਦੇ ਸੀ, ਸੇਵਾ ਕਰਨ ਵਾਲੇ, ਇਹਨਾਂ ਦਾ ਸੰਬੰਧ ਕਿਹਦੇ ਨਾਲ ਹੁੰਦਾ ਸੀਗਾ? ਪਰਮੇਸ਼ਰ। ਕਿਹਦੇ ਨਾਲ ਹੁੰਦਾ ਸੀਗਾ ਜੀ? ਪਰਮੇਸ਼ਰ ਦੇ ਨਾਲ ਹੁੰਦਾ ਸੀ। ਤਾਂ ਕਰਕੇ ਨਾ ਰਾਜਸ਼ਾਹੀ, ਸ਼ਾਹੀ ਰਾਜ ਦੇ ਨਾਲ ਸੰਬੰਧਿਤ ਸੀ, ਜਿਹੜਾ ਖੁਦਾ ਨੇ ਇਹਨਾਂ ਨੂੰ ਬਖਸ਼ਿਆ ਸੀਗਾ ਕਿ ਤੁਸੀਂ ਮੇਰੇ ਨਜ਼ਦੀਕ ਆ ਸਕੋ। ਹਾਲੇਲੂਇਆ। ਰਾਜਾ ਕਿਹਨਾਂ ਲਈ? ਇਜ਼ਰਾਈਲੀਆਂ ਲਈ। ਲੇਵੀ ਕਿਹਨਾਂ ਲਈ? ਪਰਮੇਸ਼ਰ। ਫਿਰ ਬਾਦਸ਼ਾਹੀ ਨੂੰ ਵੀ ਦਿਖਾਉਂਦਾ। ਬਾਦਸ਼ਾਹੀ ਨੂੰ ਵੀ ਦਿਖਾਉਂਦਾ। ਵਿਚੋਲੇਪਨ ਨੂੰ ਵੀ ਦਿਖਾਉਂਦਾ, ਜਾਂ ਵਿਚੋਲਗੀ, ਕਿਉਂਕਿ ਇਹੀ ਸੀਗੇ ਜਿਹੜੇ ਇਜ਼ਰਾਈਲੀਆਂ ਦੇ ਵਿੱਚ ਵਿਚੋਲਗੀ ਕਰਦੇ ਸੀ। ਪਿਤਾ ਦੇ ਨਾਲ ਮਿਲਣ ਦੇ ਵਿੱਚ ਕੋਈ ਅਪਰਾਧ ਹੋ ਗਿਆ ਤੇ ਉਹਦੇ ਕਾਰਨ ਬਲੀਦਾਨ ਚੜਾ ਕੇ ਫਿਰ ਪਿਤਾ ਦੇ ਨਾਲ ਕੀ ਕਰਾ ਦਿੰਦੇ ਸੀਗੇ? ਮੇਲ ਕਰਾ ਦਿੰਦੇ ਸੀ। ਵਿਚੋਲਗੀ ਨੂੰ ਵੀ ਦਿਖਾਉਂਦਾ ਇਹ ਰੰਗ।
ਔਰ ਦੌਲਤ ਨੂੰ ਵੀ ਦਿਖਾਉਂਦਾ ਹੈ। ਕਿਹਨੂੰ ਦਿਖਾਉਂਦਾ ਬਈ? ਦੌਲਤ ਨੂੰ। ਧਨੀ ਸੀ ਇਹ ਲੋਕ। ਹਾਲੇਲੂਇਆ। ਔਰ ਇਹਨਾਂ ਕੋਲ ਕਿਹੜੀ ਦੌਲਤ ਸੀਗੀ? ਆਤਮਿਕ ਰੂਹਾਨੀ ਦੌਲਤ ਸੀ। ਹਾਲੇਲੂਇਆ। ਯਾਨੀ ਕਿ ਖੁਦਾ ਹੀ ਇਹਨਾਂ ਦੀ ਕੀ ਸੀਗਾ ਭਲਾ? ਦੌਲਤ ਸੀ। ਤੇ ਖੁਦਾ ਨੇ ਇਹਨਾਂ ਨੂੰ ਆਪਣੇ ਕੀ ਕਿਹਾ ਸੀਗਾ? ਫਿਰ ਆਪਣਾ ਚੌਥੇ ਨੰਬਰ ਤੇ ਆ ਗਏ ਪੰਨਾ, ਮਰਕਤ ਹੈ ਨਾ, ਹਰਾ ਚਮਕਦਾਰ। ਮਰਕਤ ਹਰਾ ਚਮਕਦਾਰ ਜਿਹੜਾ ਸੀਗਾ ਰੰਗ ਉਹ ਸੀਗਾ। ਔਰ ਪ੍ਰਭੂ ਦਾ ਧੰਨਵਾਦ ਕਰਨ ਦਾ ਇਹ ਕੀ ਸੀਗਾ? ਪ੍ਰਤੀਕ ਆ। ਹਾਲੇਲੂਇਆ। ਸੋ ਇਸ ਰੰਗ ਦੇ ਵਿੱਚ ਕੀ ਖੂਬੀ ਆ? ਇਹ ਰੰਗ ਕੀ ਸ਼ੋ ਕਰਦਾ ਆ? ਪਰਮੇਸ਼ਵਰ ਦੇ ਧੰਨਵਾਦ ਨੂੰ। ਹਾਲੇਲੂਇਆ। ਅਗਰ ਅਸੀਂ ਹਰਾ ਚਮਕਦਾਰ ਰੰਗ ਸਾਡੇ ਸਾਹਮਣੇ ਆਵੇ ਤਾਂ ਕਿਹੜੀ ਤਸਵੀਰ ਆ? ਪਰਮੇਸ਼ਵਰ ਦਾ ਧੰਨਵਾਦ। ਹੋਰ ਕੀ ਦਿਖਾਉਂਦਾ ਹੈ? ਪ੍ਰਸ਼ੰਸਾ। ਪ੍ਰਸ਼ੰਸਾ। ਹੋਰ ਕੀ ਦਿਖਾਉਂਦਾ? ਵਿਕਾਸ ਨੂੰ। ਕਿਹਨੂੰ ਦਿਖਾਉਂਦਾ ਜੀ? ਵਿਕਾਸ। ਉન્નਤੀ ਹੁੰਦੀ ਆ ਜਾਂ ਬੜੌਤੀ ਹੁੰਦੀ ਆ, ਵਿਕਾਸ ਨੂੰ। ਫਿਰ ਇਹ ਖੁਸ਼ਹਾਲੀ ਨੂੰ ਦਿਖਾਉਂਦਾ। ਜਦੋਂ ਆਜੂ ਬਾਜੂ ਆਪਾਂ ਹਰਿਆਲੀ ਨੂੰ ਦੇਖਦੇ ਹਾਂ, ਹਰੇਪਨ ਨੂੰ ਦੇਖਦੇ ਹਾਂ, ਪਹਾੜਾਂ ਚ ਵਾਦੀਆਂ ਨੂੰ ਦੇਖਦੇ ਹਾਂ, ਬਗੀਚਿਆਂ ਨੂੰ ਦੇਖਦੇ ਹਾਂ, ਹਨਾ। ਸੋ ਕੀ ਆ ਉਹਦੇ ਚ ਨਜ਼ਰ ਆਉਂਦਾ ਆ? ਖੁਸ਼ਹਾਲੀ। ਔਰ ਇਹ ਨਵੀਂ ਸ਼ੁਰੂਆਤ ਨੂੰ ਵੀ ਦਿਖਾਉਂਦਾ ਆ। ਹਰ ਸੀਜ਼ਨ 'ਚ ਇਹ ਹਰਿਆਲੀ ਕੀ ਹੁੰਦੀ ਆ? ਨਿਕਲ ਕੇ ਆਉਂਦੀ ਆ। ਔਰ ਸਾਡੇ ਜੀਵਨਾਂ ਵਿੱਚੋਂ ਵੀ ਕੀ ਹੋਣਾ ਆ? ਹਰ ਸੀਜ਼ਨ ਦੇ ਵਿੱਚ ਅਸੀਂ ਕੀ ਹੁੰਦੇ ਆ? ਖੁਦਾਵੰਦ ਪੁਰਾਣੇ ਨੂੰ ਕੀ ਕਰਦਾ ਰਹਿੰਦਾ ਆ? ਝਾੜਦਾ ਰਹਿੰਦਾ ਤੇ ਨਵੇਂ ਨੂੰ ਉਭਾਰਦਾ ਨਵਾਂ ਪਨ ਲੈ ਕੇ ਆਉਂਦਾ ਦਿਨ ਪ੍ਰਤੀ ਦਿਨ। ਹਾਲੇਲੂਇਆ। ਦੇਖਦੇ ਨਾ ਪਤਝੜ ਵਿੱਚ ਕੀ ਹੁੰਦਾ ਭਲਾ? ਝੜ ਜਾਂਦਾ ਜੁਗਾੜ, ਹਨਾ। ਤੇ ਬਾਅਦ ਵਿੱਚ ਕੀ ਹੁੰਦਾ ਭਲਾ? ਫਿਰ ਨਵਾਂ ਨਿਕਲ ਆਉਂਦਾ। ਔਰ ਪੁਰਾਣਾ ਝੜ ਜਾਣਾ ਮਤਲਬ ਅਸੀਂ ਹੁਣ ਇਕੱਲਾ ਸਮਝ ਲਓ ਉਹ ਇੱਕੋ ਹੀ ਗੱਲ ਤੇ ਨਹੀਂ ਟਿਕੇ ਰਹਿਣਾ। ਸਾਨੂੰ ਹੋਰ ਪ੍ਰਕਾਸ਼ਨ ਦੀ ਕੀ ਆ? ਲੋੜ। ਹਾਲੇਲੂਇਆ। ਸਾਨੂੰ ਹੋਰ ਪ੍ਰਭੂ ਦੇ ਵਿੱਚ ਅੱਗੇ ਵਧਣ ਦੀ ਲੋੜ ਹੈ। ਦੂਸਰੇ ਸ਼ਬਦਾਂ ਵਿੱਚ ਪੁਰਾਣੀਆਂ ਗੱਲਾਂ ਨੂੰ ਛੱਡ ਕੇ ਤੇ ਨਵੇਂ ਵੱਲ ਨੂੰ ਕੀ ਕਰਨਾ ਆ? ਭੱਜਦੇ ਜਾਣਾ। ਠੀਕ ਹੈ ਜੀ। ਔਰ ਵਧਣ ਦਾ ਵੀ ਪ੍ਰਤੀਕ ਆ। ਜਿੱਧਰ ਹਰਿਆਲੀ ਹੁੰਦੀ ਆ ਉਹ ਕੀ ਹੁੰਦੀ ਆ? ਵਾਧੀ। ਸਾਡੇ 'ਚ ਵੀ ਹਰਿਆਲੀ ਕੀ ਹੋਣੀ ਆ? ਵਧਣੀ ਆ। ਖੁਦਾਵੰਦ ਨੇ ਸਾਡੇ ਵਿੱਚ ਇਹ ਧੰਨਵਾਦ ਦਿੱਤਾ ਆ, ਪ੍ਰੇਜ਼ਿੰਗ ਜਿਹੜੀ ਦਿੱਤੀ ਆ, ਇਹ ਕਿਉਂ ਨਹੀਂ ਭਲਾ? ਵਧਣੀ ਆ। ਦਿਨ ਪ੍ਰਤੀ ਦਿਨ ਵਧਣੀ ਆ, ਵੱਧਦੀ ਜਾਣੀ। ਬਹਾਲੀ ਨੂੰ ਵੀ ਦਿਖਾਉਂਦਾ। ਕਿਹਨੂੰ ਦਿਖਾਉਂਦਾ ਜੀ? ਬਹਾਲ ਹੋ ਗਿਆ ਵੀ, ਬਹਾਲ ਹੋ ਗਿਆ। ਉਹ ਸੁੱਕਿਆ ਸੜਿਆ ਬਾਗ ਫਿਰ ਕੀ ਹੋ ਗਿਆ? ਬਹਾਲ ਹੋ ਗਿਆ। ਹਾਲੇਲੂਇਆ। ਹਰਾ ਵੀ ਹੋ ਗਿਆ, ਫੁੱਲ ਵੀ ਨਿਕਲ ਆਏ ਔਰ ਫਲ ਵੀ ਨਿਕਲ ਆਏ। ਹਾਲੇਲੂਇਆ। ਆ ਜਾਓ ਫਿਰ ਪੰਨੇ ਵਾਲਾ ਆਪਾਂ ਜਾਣੇ ਆ। ਪੰਨੇ ਨੂੰ ਆਪਾਂ ਦੇਖਿਆ ਸੀਗਾ ਹਿਜਕੀਏਲ 28-13 ਪੜ੍ਹ ਲਈ ਸੀ ਔਰ ਪ੍ਰਕਾਸ਼ਿਤ ਵਾਕਿਆ 21 ਪੜ੍ਹ ਲਈ ਸੀ। ਹਾਂ। ਔਰ ਇਹਦੇ ਵਿੱਚ ਆਪਾਂ ਲੂਸੀਫਰ ਦੇ ਨਾਲ ਵੀ ਸੰਬੰਧ ਇਸ ਰੰਗ ਦਾ ਦੇਖਦੇ ਹਾਂ ਔਰ ਨਵੇਂ ਯਰੂਸ਼ਲਮ ਦੀਆਂ ਨੀਆਂ ਦੇ ਨਾਲ ਵੀ ਇਸ ਰੰਗ ਦਾ ਸੰਬੰਧ ਦੇਖਦੇ ਹਾਂ। ਹਾਲੇਲੂਇਆ। ਔਰ ਸਾਡੇ ਨਾਲ ਵੀ ਦੇਖਦੇ ਹਾਂ ਲਾਸਟ। ਹਾਲੇਲੂਇਆ। ਕਿਉਂਕਿ ਸਾਡੇ ਵਿੱਚ ਇਹ ਹਰਾਪਨ ਨਹੀਂ, ਸਾਡੀ ਜ਼ਿੰਦਗੀ ਵਿੱਚ ਧੰਨਵਾਦ ਨਹੀਂ, ਦੂਸਰੇ ਸ਼ਬਦਾਂ ਵਿੱਚ ਤੇ ਅਸੀਂ ਕਿਸੇ ਕੰਮ ਦੇ ਨਹੀਂ, ਅਸੀਂ ਸ਼ੁਕਰਗੁਜ਼ਾਰ ਨਹੀਂ ਤੇ ਕੋਈ ਪੈਦਾ ਨਹੀਂ। ਰਬੌਨ ਪੈਦਾ ਕਰਨ ਦਾ, ਸ਼ਿਮੌਨ ਪੈਦਾ ਕਰਨ ਦਾ, ਲੇਵੀ ਪੈਦਾ ਕਰਨ ਦਾ। ਹਾਲੇਲੂਇਆ। ਸਾਡੇ ਵਿੱਚੋਂ ਹੋਰ ਕੌਣ ਪੈਦਾ ਹੋਣਾ ਆ? ਯਹੂਦਾ ਪੈਦਾ ਹੋਣਾ। ਹਾਲੇਲੂਇਆ। ਹਾਲੇਲੂਇਆ। ਇਸ ਲਈ ਧੰਨਵਾਦ ਕਰਨਾ ਹੈ। ਇਹ ਧੰਨਵਾਦ ਦੇ ਕਾਰਨ ਹੀ 3 ਉੱਪਰਲੇ ਬਚਾਏ ਗਏ ਆ ਤੇ 7 ਥੱਲੜੇ 3 ਉੱਪਰਲੇ 4
ਤੇ 8 ਥਲੇ 8 ਥਲੜੇ ਬਚਾਏ, 9ਵਾਂ ਇਹ। ਹਾਲੇਲੂਇਆ। ਸੋ ਇਹ ਗੋਤਰਿਆ ਜਿਹਦੇ ਵਿੱਚੋਂ ਕੌਣ ਨਿਕਲ ਆਇਆ? ਯਿਸੂ ਮਸੀਹ। ਸੋ ਇਹ ਜਿਹੜਾ ਰੰਗ ਆ ਸਾਡੇ ਜੀਵਨਾਂ ਦੇ ਵਿੱਚ ਨਹੀਂ ਚੜ੍ਹਦਾ ਤੇ ਮਸੀਹ ਪ੍ਰਗਟ ਹੋ ਸਕਦਾ ਨਹੀਂ। ਹਾਲੇਲੂਇਆ। ਤੇ ਜੇ ਮਸੀਹ ਨਹੀਂ ਤੇ ਅਨੰਤ ਜੀਵਨ ਵੀ ਨਹੀਂ, ਜੇ ਮਸੀਹ ਨਹੀਂ ਤਾਂ ਕੁਝ ਵੀ ਨਹੀਂ। ਹਾਲੇਲੂਇਆ, ਹਾਲੇਲੂਇਆ। ਸੋ ਸਮਝ ਲਈ ਹਰੇ ਰੰਗ ਦੀ ਮਹੱਤਤਾ, ਸਮਝ ਗਏ ਜੀ? ਪ੍ਰਸ਼ੰਸਾ ਹੋਣੀ ਹੈ ਇਹਦੇ ਦੁਆਰਾ, ਇਸ ਰੰਗ ਦੁਆਰਾ ਵਿਕਾਸ ਹੁੰਦਾ ਆ ਕਿ ਜਦੋਂ ਇਹ ਰੰਗ ਸਾਡੇ ਜੀਵਨ ਚ ਆਉਂਦਾ, ਪ੍ਰਸ਼ੰਸਾ ਹੁੰਦੀ, ਵਿਕਾਸ ਹੁੰਦਾ, ਖੁਸ਼ਹਾਲੀ ਹੁੰਦੀ, ਨਵੀਂ ਸ਼ੁਰੂਆਤ ਹੁੰਦੀ ਆ, ਵਾਧਾ ਹੁੰਦਾ ਆ ਔਰ ਬਹਾਲੀ ਹੁੰਦੀ ਆ। ਹਾਲੇਲੂਇਆ। ਗੱਲ ਸਮਝ ਆ ਰਹੀ? ਠੀਕ ਆ। ਹੁਣ ਆਜੋ ਇਸ ਰੰਗ ਦੇ ਲਈ ਆਪਾਂ ਪੜ੍ਹਨਾ ਆ ਉਤਪਤੀ 29 ਦੀ 35। ਪੜਿਆ ਸੀ ਕੱਲ ਕਿ ਨਹੀਂ? ਪੜ੍ਹਨਾ ਸੀ, ਪੜੋ। वो फिर गर्भवती हुई हाँ। और पुत्र जनी और आज्ञा इस वेले मैं यो। ਇਹਦਾ ਮਤਲਬ ਆ ਇਹਦੇ ਬਾਰੇ ਲਿਖੀ ਜਾ ਰਹੇ ਆ ਉਹ ਫਿਰ ਗਰਭਣੀ ਹੋਈ, ਉਹ ਫਿਰ ਗਰਭਣੀ ਹੋਈ। ਹਾਲੇਲੂਇਆ। ਆਪਾਂ ਵੀ ਕਿਉਂ ਨਾ ਫਿਰ, ਹਨਾ? ਜੇਕਰ ਇਹ ਰੰਗ ਸਾਡੇ ਜੀਵਨ ਚ ਆਉਣੇ ਤਾਂ ਅਸੀਂ ਬਾਰ-ਬਾਰ ਕਿਉਂ ਨਾ ਆ ਗਰਭਣੀ ਹੋਣਾ। ਗਰਭਣੀ ਹੋਣਾ ਮਤਲਬ ਆ ਇਹਨੇ ਕਿਹਦੇ ਕੋ ਜਾਣਾ ਆ? अपने लिया ने किधर को जाना है? ਯਕੂਬ को जाओगी तो की होगी? गर्भणी होगी। ਅਸੀਂ ਪ੍ਰਾਰਥਨਾ ਦੁਆਰਾ ਥੈਂਕਸ ਕਰਦੇ ਕਰਦੇ ਪ੍ਰਭੂ ਦੀ ਹਜ਼ੂਰੀ ਚ ਜਾਵਾਂਗੇ ਤੇ ਗਰਭਵਤੀ ਹੋਵਾਂਗੇ। ਹਾਲੇਲੂਇਆ। ਅਸੀਂ ਗਰਭਵਤੀ ਹੋਵਾਂਗੇ ਤੇ ਵੱਖਰੇ ਵੱਖਰੇ ਰੰਗ ਸਾਡੇ ਚੋਂ ਹੋਣਗੇ। ਹਾਲੇਲੂਇਆ। ਹੁਣ ਮੰਨ ਲਓ ਜੀ ਆਪਣਾ ਲੇਵੀ ਪੈਦਾ ਕਰਕੇ ਫਿਰ ਨਾ ਜਾਂਦੀ, ਯਹੂਦਾ ਪੈਦਾ ਹੋਣਾ। ਸਿੰਪਲ ਸਿੰਪਲ ਸਾਦਾ ਸਾਦਾ ਸਮਝ ਆ ਰਹੀ ਗੱਲ? ਜੇਕਰ ਇਹ ਨਾ ਜਾਂਦੀ ਯਾਕੂਬ ਦੇ ਕੋਲ ਤੇ ਫਿਰ ਅੱਗੇ ਯਹੂਦਾ ਪੈਦਾ ਹੋ ਸਕਦਾ ਨਹੀਂ। ਉਹ ਫਿਰ ਗਰਭਣੀ ਹੋਈ। ਇਹਦਾ ਮਤਲਬ ਜੋ ਗਰਭਣੀ ਹੋਈ ਆ ਤੇ ਉਹਦਾ ਸੰਪਰਕ ਕਿਹਦੇ ਨਾਲ ਹੋ ਗਿਆ ਆ? ਯਾਕੂਬ ਦੇ ਨਾਲ ਹੋ ਗਿਆ। ਜੇ ਉਹਦਾ ਰੰਗ ਬਦਲ ਗਿਆ ਆ ਤੇ ਸੰਪਰਕ ਕਿਹਦੇ ਨਾਲ ਹੋ ਗਿਆ? ਯਾਕੂਬ ਦੇ ਨਾਲ ਹੋ ਗਿਆ। ਸਾਡੇ ਜੀਵਨ ਦਾ ਰੰਗ ਬਦਲਣਾ ਤੇ ਸੰਪਰਕ ਕਿਹਦੇ ਨਾਲ ਹੋਣਾ ਆ? ਪਰਮੇਸ਼ਰ ਦੇ ਨਾਲ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਹ ਰੰਗਾਂ ਦਾ ਮੈਂ ਬਹੁਤ ਜ਼ਿਆਦਾ ਸਵਾਦ ਲੈ ਰਿਹਾ, ਬਹੁਤ ਜ਼ਿਆਦਾ ਗਹਿਰਾਈ ਦੇ ਨਾਲ ਜੀ ਖੋਜਬੀਨ ਕਰ ਰਿਹਾ ਹਾਂ ਤਾਂ ਕਿ ਤੁਹਾਡੇ ਵਿੱਚ ਪ੍ਰਭੂ ਦੀ ਮਹਿਮਾ ਪ੍ਰਗਟ ਹੋ, ਤੁਹਾਨੂੰ ਆਪਣੇ ਜੀਵਨ ਦੇ ਰੰਗਾਂ ਦੇ ਬਾਰੇ ਜਾਣਕਾਰੀ ਹੋਵੇ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਗਰਭਵਤੀ ਹੋਵਾਂਗੇ ਰੰਗ ਤਾਂ ਆਉਣੇ ਹੀ ਆਉਣੇ ਆ ਜੀਵਨ 'ਚ, ਨਾ ਰੂਹਾਂ ਵੀ ਆਉਣੀਆਂ। ਹਾਲੇਲੂਇਆ, ਹਾਲੇਲੂਇਆ। ਇਹਦਾ ਮਤਲਬ ਤੁਸੀਂ ਰੂਹ ਲੈ ਕੇ ਆਏ, ਪਿਛਲੇ ਸਾਲ ਲੈ ਕੇ ਆਏ ਨਾ। ਹਾਲੇਲੂਇਆ। ਇਸ ਸਾਲ ਨਹੀਂ ਲੈ ਕੇ ਆਏ। ਸਾਫ਼ ਹੀ ਦਰਸਾਉਂਦਾ ਆ ਯਾਕੂਬ ਕੋਲ ਗਏ ਨਹੀਂ। ਹਾਲੇਲੂਇਆ, ਹਾਲੇਲੂਇਆ। ਪਿਛਲੇ ਸਾਲ ਰੂਹ ਲਿਆਂਦੀ, ਐਸਾ ਰੂਹ ਨਹੀਂ ਲਿਆ ਸਕੇ ਕਿ ਉਹ ਸਾਫ਼ ਹੀ ਪਤਾ ਲੱਗ ਜਾਂਦਾ, ਕਿਸੇ ਨੂੰ ਪੁੱਛਣ ਦੀ ਲੋੜ ਪੈਂਦੀ ਨਹੀਂ। ਮੇਰਾ ਮੇਰੇ ਪਤੀ ਦੇ ਨਾਲ ਸੰਬੰਧ ਕੀ ਹੋ ਗਿਆ ਆ? ਟੁੱਟਿਆ ਪਿਆ, ਜੁੜਿਆ ਨਹੀਂ। ਜੁੜਿਆ ਹੁੰਦਾ ਤੇ ਇੱਕ ਰੰਗ ਹੋਰ ਆ ਜਾਂਦਾ, ਇੱਕ ਰੂਹ ਹੋਰ ਆ ਜਾਂਦਾ। ਆਪਣੇ ਜੀਵਨ 'ਚ ਦੇਖਣਾ, ਯਿਸੂ ਮਸੀਹ ਕਹਿੰਦਾ ਹੈ ਤੁਸੀਂ ਫਲਦਾਰ ਹੋ। ਮੈਂ ਅੰਗੂਰ ਦੀ ਕੀਆਂ ਵੇਲਾਂ, ਤੁਸੀਂ ਸ਼ਾਖਾਵਾਂ ਆ, ਟਾਹਣੀਆਂ ਆ, ਤੇ ਮੇਰੇ ਪਿਤਾ ਵੀ ਇਹ ਖੁਸ਼ੀ ਆ ਕਿ ਤੁਸੀਂ ਕੀ ਹੋਵੋ? ਉਹਦੀ ਚਾਹ ਕਿ ਤੁਸੀਂ ਫਲਦਾਰ ਹੋਵੋ। ਹਰ ਸੀਜ਼ਨ ਫਲਦਾਰ ਹੋਣਾ ਚਾਹੀਦਾ। ਹਾਲੇਲੂਇਆ। ਔਰ ਇੱਥੇ ਜਦੋਂ ਪਿਛਲੇ ਸਮੇਂ 'ਚ ਆਪਾਂ ਦੇਖਦੇ ਹਾਂ ਤੇ ਜੋੜੇ ਜੋੜੇ ਵੀ ਪੈਦਾ ਹੋਏ ਆ। ਕੀ ਹੋਇਆ ਭਲਾ? ਜੋੜੇ ਵੀ ਪੈਦਾ। ਹਾਲੇਲੂਇਆ। ਔਰ ਬੱਚੇ 'ਚ ਦੇਖਿਆ ਕਿ ਕੀ ਇੱਕ ਦਿਨ ਦੇ ਵਿੱਚ ਕੋਈ ਦੇਸ਼ ਪੈਦਾ ਹੋ ਸਕਦਾ? ਇਹ ਸ਼ਾਇਦ ਇੱਕ ਦਾ ਇੱਕ ਦਿਨ ਵਿੱਚ ਕਦੀ ਕੋਈ ਦੇਸ਼ ਪੈਦਾ ਹੋ ਸਕਦਾ? ਨਾਲ ਹੀ ਜਵਾਬ ਲਿਖਿਆ, ਕਹਿੰਦਾ ਪਰਮੇਸ਼ਰ ਚਾਹੇ ਤੇ ਇੱਕ ਦਿਨ 'ਚ ਇੱਕ ਦੇਸ਼ ਕੀ ਹੋ ਸਕਦਾ? ਪੈਦਾ ਹੋ ਸਕਦਾ। ਇੱਕੋ ਦਿਨ ਦੇ ਵਿੱਚ 3000 ਪੈਦਾ ਹੋ ਗਏ ਜਦੋਂ 10 ਦਿਨ ਸੰਗ ਕੀਤਾ ਉਹਨਾਂ ਨੇ। ਹਾਲੇਲੂਇਆ। ਪਿਤਾ ਦੇ ਨਾਲ ਉਸ ਚੁਬਾਰੇ ਤੇ 120 ਲੋਕਾਂ ਨੇ 10 ਦਿਨ ਸੰਗ ਕੀਤਾ, ਸੰਗਤ ਕੀਤੀ, ਮਤਲਬ ਮੇਲ ਕੀਤਾ। ਹਾਲੇਲੂਇਆ। ਤੇ ਕਿੰਨੇ ਹਜ਼ਾਰ ਪੈਦਾ ਹੋ ਗਏ? 3000 ਪੈਦਾ ਹੋ ਗਏ।
ਹਾਲੇਲੂਇਆ। ਹਾਲੇਲੂਇਆ। ਔਰ ਉਸ ਸੰਗ ਦੇ ਨਾਲ ਦੀ ਹੋਰ ਕੋਈ ਵਚਨ ਦੇ ਵਿੱਚ ਕੋਈ ਐਗਜ਼ਾਮਪਲ ਆਈ ਨਹੀਂ। ਐਸਾ ਜ਼ਬਰਦਸਤ ਸੰਗ। ਹਾਲੇਲੂਇਆ। ਔਰ ਪਰਮੇਸ਼ਰ ਇੰਨਾ ਖੁਸ਼ ਆ ਕਿ ਉਹਨੇ ਅੱਗ ਦੀਆਂ ਜੀਭਾਂ ਸਾਰਿਆਂ ਤੇ ਭੇਜਤੀਆਂ। ਕੋਈ ਉੱਥੇ ਬਾਂਝ ਰਿਹਾ ਕੋਈ ਯਾਨੀ ਕਿ ਰੰਗੋਂ ਰਹਿਤ ਰਿਹਾ ਨਹੀਂ। ਹਰੇਕ ਦੇ ਵਿੱਚ ਰੰਗ ਭਰ ਗਏ। ਲੋਕਾਂ ਨੇ ਤੇ ਕਹਿਤਾ ਇਹਨਾਂ ਨੇ ਕੋਈ ਨਵੀਂ ਮੈਪ ਹੀ ਲਈ ਆ। ਹਾਲੇਲੂਇਆ। ਇੰਨੇ ਮਸੀਹ ਦੇ ਰੰਗ ਦੇ ਵਿੱਚ ਉਹ ਰੰਗੇ ਗਏ। ਹਾਲੇਲੂਇਆ। ਇਸ ਲਈ ਅਸੀਂ ਵੀ ਕੀ ਕਰਨਾ ਆ? ਉਹਦੇ ਰੰਗ ਦੇ ਵਿੱਚ ਰੰਗ ਹੋਣਾ ਆ। ਜੇ ਰੰਗ ਦੇ ਵਿੱਚ ਰੰਗ ਹੋਣਾ ਆ ਤੇ ਸਾਡਾ ਸਾਡੇ ਪਰਮੇਸ਼ਰ ਦੇ ਨਾਲ ਸੰਗ ਹੋਣਾ। ਹਾਲੇਲੂਇਆ। ਮੇਰੀ ਆਤਮਾ ਦਾ ਮੇਰੇ ਪਰਮੇਸ਼ਰ ਦੀ ਆਤਮਾ ਦਾ ਨਾਲ ਕੀ ਹੋਣਾ ਆ? ਸੰਗ। ਔਰ ਇਹਦੇ ਵਿੱਚ ਆਉਣ ਵਾਲੀ ਦੁਨਿਆਵੀ ਕੋਈ ਵੀ ਰੁਕਾਵਟ ਅਸੀਂ ਆਪਣੇ ਜੀਵਨ 'ਚ ਰਹਿਣ ਦੇਣੀ ਨਹੀਂ। ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਪ੍ਰਭੂ ਦੇ ਨਾਲ ਸਾਡਾ ਸੰਗ ਹੋਣਾ ਜ਼ਰੂਰੀ ਹੈ। ਪ੍ਰਾਰਥਨਾ ਦਾ ਜੀਵਨ ਹੋਣਾ ਜ਼ਰੂਰੀ। ਹਾਲੇਲੂਇਆ। ਹਾਂਜੀ ਪੜ੍ਹੀਏ। ਉਹ ਫੇਰ ਗਰਭਵਤੀ ਹੋਈ ਹਾਂ ਔਰ ਪੁੱਤਰ ਜਨੀ ਔਰ ਆਖਿਆ ਇਸ ਵੇਲੇ ਮੈਂ ਯਹੋਵਾ ਦਾ ਧੰਨਵਾਦ ਕਰਾਂਗੀ। ਇਸ ਕਾਰਨ ਉਸ ਇਹਨੂੰ ਯਾਕੂਬ ਦੇ ਨੇ ਜਾਣ ਤੋਂ ਬਾਅਦ ਉਹ ਬੇਫਲ ਰਹੀ ਨਹੀਂ। ਹਾਲੇਲੂਇਆ। ਅਸੀਂ ਵੀ ਸਾਡੇ ਪਿਤਾ ਦੇ ਕੋਲ ਜਾਵਾਂਗੇ ਤੇ ਬੇਫਲ ਰਵਾਂਗੇ ਨਹੀਂ। ਸ਼ਿਵਾਜੀ ਸਨੀ ਦਿਆਲਪੁਰ ਚ ਬੇਟਾ ਛੋਟਾ ਪ੍ਰਭੂ ਦਾ ਦਾਸ, ਉਹ ਅੱਜ ਆਏ ਸੀ ਤੇ ਦੱਸ ਰਹੇ ਸੀ, ਕਹਿੰਦੇ ਮੈਂ ਆਪਣੇ ਸਾਡੇ ਮੰਨੀ ਡਾਕਟਰ ਸਾਡੇ ਕੋਲ ਕਿਤੇ ਹੁੰਦਾ ਤੇ ਕਹਿੰਦੇ ਉੱਥੇ ਡਾਕਟਰ ਦੀ ਦੁਕਾਨ ਤੇ ਮੈਂ ਬੈਠਾ ਸੀਗਾ, ਗੱਲ ਕਰਦਾ ਸੀ ਤੇ ਕੋਈ ਬੜਾ ਸਰਦਾਰ ਪ੍ਰਭਾਵਸ਼ਾਲੀ ਸੀਗਾ ਤੇ ਉਹ ਆਇਆ ਤੇ ਉਹਨੇ ਤਾਂ ਡਾਕਟਰ ਸਾਹਿਬ ਦਾ ਜਿਹੜਾ ਲੱਗਾ ਹੁੰਦਾ ਆ ਟੇਬਲ, ਹਾਂ ਉਹਦੇ ਉੱਤੇ ਆ ਕੇ ਇਦਾਂ ਕੀਤਾ ਤੇ ਕੁਝ ਦਵਾਈ ਦੇ ਬਾਰੇ ਪੁੱਛਿਆ ਤੇ ਉਹ ਦਵਾਈ ਨਹੀਂ ਮਿਲੀ ਤੇ ਉਹ ਫਿਰ ਵਾਪਸ ਚਲਾ ਗਿਆ। ਫਿਰ ਵਾਪਸ ਆਇਆ ਤੇ ਇਹ ਕਹਿੰਦਾ ਮੈਂ ਇਦਾਂ ਬੈਠਾ ਸੀਗਾ ਆਪਣੇ ਧਿਆਨ ਤੇ ਕਹਿੰਦਾ ਆ ਜਿਹੜਾ ਇਨਸਾਨ ਹੈ ਨਾ ਇਹ ਬੜਾ ਧੰਨ ਇਨਸਾਨ ਹੈ, ਬੜਾ ਪਹੁੰਚਿਆ ਇਨਸਾਨ ਹੈ, ਰੱਬ ਦੇ ਨਾਲ ਰਹਿਣ ਵਾਲਾ ਇਨਸਾਨ। ਸਰਦਾਰ ਬੰਦਾ, ਉਹ ਮਸੀਹੀ ਵੀ ਨਹੀਂ। ਹਾਲੇਲੂਇਆ। ਤੇ ਕਹਿੰਦਾ ਉਹਨਾਂ ਨੂੰ ਕਹਿ ਕੇ ਗਿਆ ਇਹਨੂੰ ਖੁਸ਼ ਕਰ ਦਿਓ। ਡਾਕਟਰ ਸਾਹਿਬ ਨੂੰ ਮਨੀ ਨੂੰ ਕਹਿ ਕੇ ਗਿਆ ਇਹਨੂੰ ਕੀ ਕਰ ਦਿਓ, ਇਹ ਕਹਿ ਕੇ ਚਲਾ ਗਿਆ। ਤੇ ਬਾਅਦ ਚ ਸ਼ਿਵਾ ਕਹਿੰਦਾ ਭਾਈ ਮੈਂ ਤਾਂ ਇਹਨਾਂ ਨੂੰ ਕੁਝ ਕਿਹਾ। ਇਹਨੇ ਕਿਹਾ ਪਰਮੇਸ਼ਰ ਨੇ ਆਪਣਾ ਦੂਤ ਭੇਜਿਆ। ਹਾਲੇਲੂਇਆ। ਹਾਲੇਲੂਇਆ। ਸੋ ਮਤਲਬ ਜੇ ਆਪਣਾ ਸੰਗ ਹੋਊਗਾ ਤਾਂ ਕਿਤੇ ਨਾ ਕਿਤੇ ਪਰਮੇਸ਼ਰ ਕੋ ਰਹਿ ਨਹੀਂ ਹੋਣਾ। ਸਾਡਾ ਹੀ ਉਤਸ਼ਾਹ ਵਧਾਉਣ ਲਈ ਉਹਨੇ ਕੋਈ ਨਾ ਕੋਈ ਐਸੀ ਸੁਨੇਹਾ ਦੇ ਦੇਣਾ ਜਿਹਨਾਂ ਅਸੀਂ ਕਿਉਂ ਜੀਏ, ਸਾਨੂੰ ਲੱਗੇ ਅਸੀਂ ਆਪਣੇ ਰੱਬ ਦੇ ਨਾਲ ਮਿਲੇ ਹੋਏ ਆ ਤੇ ਉਹਦੀ ਕੁਦਰਤ ਦੇ ਦੁਆਰਾ ਸਾਡੇ ਨਾਲ ਕੀ ਕਰਦਾ ਆ, ਗੱਲਾਂ ਕਰਦਾ। ਹਾਲੇਲੂਇਆ। ਹਾਲੇਲੂਇਆ। ਆਪਣੇ ਪ੍ਰਾਰਥਨਾ ਜੀਵਨ ਨੂੰ ਵਧਾਓ। ਵੇਲੇ ਵੇਲੇ ਫਜ਼ੂਲ ਟਾਈਮ ਨੂੰ ਇਧਰ ਉਧਰ ਐਡਜਸਟ ਕਰਕੇ ਕੀ ਕਰੋ, ਪ੍ਰਾਰਥਨਾ ਸੰਗ ਕਰੋ। ਹਾਲੇਲੂਇਆ। ਪਰਮੇਸ਼ਰ ਰੰਗ ਭਰ ਦੂਗਾ। ਹਾਲੇਲੂਇਆ। ਔਰ ਰੰਗ ਵੀ ਇਲਾਹੀ ਭਰੂਗਾ। ਹਾਲੇਲੂਇਆ। ਰੰਗ ਵੀ ਈਸ਼ਵਰੀਏ ਭਰੂਗਾ, ਰੰਗ ਵੀ ਜਲਾਲੀ ਭਰੂਗਾ। ਨਗ ਨੁਗ ਉਹਦੇ ਸਾਹਮਣੇ ਕੋਈ ਮਹੱਤਤਾ ਰੱਖਣਗੇ ਨਹੀਂ। ਇਹ ਧਰਤੀ ਦੇ ਅਨਮੋਲ ਰਤਨ ਆ ਜਿਹੜੇ ਜੜੇ ਗਏ ਆ। ਹਾਲੇਲੂਇਆ। ਪਰ ਇਹ ਧਰਤੀ ਦੇ ਵਿੱਚ ਇੱਕ ਟਾਈਮ ਕੀ ਹੋ ਜਾਣੇ ਆ, ਅੱਗ ਦੇ ਵਿੱਚ ਫੂਕ ਦਿੱਤੇ ਜਾਣੇ ਆ। ਪਰ ਇੱਕ ਰਤਨ ਸਾਡੇ ਵਿੱਚ ਪੈਦਾ ਕਰ ਰਿਹਾ ਆ। ਇਹ ਰਤਨਾਂ ਦੀ ਰੰਗਤ ਯਰੂਸ਼ਲਮ ਦੀਆਂ ਨੀਹਾਂ ਦੇ ਵਿੱਚ ਸਦਾ ਕਾਲ ਲਈ ਦਿਖਦੀ ਰਹੂ। ਹਾਲੇਲੂਇਆ। ਉੱਥੇ ਪਰਮੇਸ਼ਰ ਦੀ ਰੌਸ਼ਨੀ ਦੀਆਂ ਕਿਰਨਾਂ ਦੇ ਵਿੱਚੋਂ ਇਹਨਾਂ ਰੰਗਾਂ ਦੀਆਂ ਕਿਰਨਾਂ ਵੀ ਕੀ ਹੋਣਗੀਆਂ, ਉਸ ਨਗਰੀ ਦੇ ਵਿੱਚ ਪ੍ਰਕਾਸ਼ਮਾਨ ਹੋਣਗੀਆਂ। ਹਾਲੇਲੂਇਆ। ਹਾਲੇਲੂਇਆ। ਬੋਲੋ ਫਿਰ ਹਾਲੇਲੂਇਆ। ਸੁਸਤੀ ਛੱਡ ਕੇ ਬੋਲੋ ਹਾਲੇਲੂਇਆ। ਠੀਕ ਹੈ। ਹੁਣ 29 ਦੀ 35 ਐਤ ਪੜੋ। ਉਹ ਫੇਰ ਗਰਭਵਤੀ ਹੋਈ ਹਾਂ ਔਰ ਪੁੱਤਰ ਜਣੀ ਹਾਂ ਔਰ ਆਖਿਆ ਇਸ ਵੇਲੇ ਮੈਂ ਯਹੋਵਾ ਦਾ ਧੰਨਵਾਦ ਕਰਾਂਗੀ। ਇਸ ਕਾਰਨ ਹਾਂ ਉਸ ਉਹਦਾ ਨਾਮ ਯਹੂਦਾ ਰੱਖਿਆ। ਹਾਂ ਤਦ ਉਹ ਜਨਮ ਤੋਂ ਰਹਿ ਗਈ। ਹਾਲੇਲੂਇਆ। ਹਾਲੇਲੂਇਆ। ਸੋ ਖੁਦਾਵੰਦ ਖੁਦਾ ਦਾ ਸਾਡੇ ਲਈ ਮਕਸਦ ਕੀ ਆ, ਇਹ ਦਿਲ ਤੋਂ ਧੰਨਵਾਦ ਕਰਨ ਵਾਲਾ ਹੋ ਜਾ। ਜਿਹੜੀਆਂ ਸਾਡੀਆਂ ਪ੍ਰਾਪਤੀਆਂ ਅਸੀਂ ਸਰੀਰਕ ਤੌਰ ਤੇ ਕਰ ਰਹੇ ਆ, ਅਸੀਂ ਆਪਣੇ ਆਪ ਚ ਉਹਦੇ ਲਈ ਖੁਸ਼ ਹੋ ਜਾਂਦੇ ਆ, ਪਰ ਪਿਤਾ ਖੁਸ਼ ਨਹੀਂ। ਪਿਤਾ ਉਸ ਪ੍ਰਾਪਤੀ ਤੋਂ ਖੁਸ਼ ਆ ਜਿਹਦੇ ਵਿੱਚੋਂ ਦੀ ਉਹਦੇ ਪੁੱਤਰ ਨੂੰ ਮਹਿਮਾ ਮਿਲੇ। ਹਾਲੇਲੂਇਆ। ਜਿਹਦੇ ਵਿੱਚੋਂ ਉਹਦਾ ਪੁੱਤਰ ਪੈਦਾ ਹੋ ਜਾਏ।
ਹਾਲੇਲੂਇਆ। ਜਿਹਦੇ ਵਿੱਚ ਉਹਦੇ ਪੁੱਤਰ ਦੀ ਝਲਕ ਮਿਲੇ, ਉਹ ਪ੍ਰਾਪਤੀ ਤੋਂ ਖੁਦਾ ਖੁਸ਼ ਹੋਇਆ। ਇਸ ਲਈ ਪਹਿਲੀਆਂ ਤਿੰਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ। ਜਦੋਂ ਚੌਥੀ ਗੱਲ ਤੇ ਉਹਨੇ ਉਹ ਗੱਲ ਕਹਿਤੀ ਜਿਹੜੀ ਖੁਦਾ ਚਾਹੁੰਦਾ ਸੀ, ਫਿਰ ਉਹ ਜਣਨੋਂ ਕੀ ਹੋ ਗਈ, ਰਹਿ ਗਈ। ਬਸ ਮੇਰਾ ਕੰਮ ਹੋ ਗਿਆ। ਹਾਲੇਲੂਇਆ। ਪਿਤਾ ਕੀ ਕਹਿ ਰਿਹਾ, ਮੇਰਾ ਕੰਮ ਹੋ ਗਿਆ। ਸਾਡੇ ਜੀਵਨਾਂ 'ਚ ਵੀ ਪ੍ਰਭੂ ਇਦਾਂ ਕਵੇ, ਮੇਰਾ ਕੰਮ ਹੋ ਗਿਆ। ਅਸੀਂ ਤਾਂ ਆਪਣੀਆਂ ਅਭਿਲਾਸ਼ਾਂ ਹੀ ਨਹੀਂ ਪ੍ਰਾਰਥਨਾ 'ਚ ਖਤਮ ਹੁੰਦੀਆਂ। ਪ੍ਰਭੂ ਉਹ ਵੀ ਕੰਮ ਕਰਦੇ, ਪ੍ਰਭੂ ਉਹ ਵੀ ਕੰਮ ਕਰਦੇ ਆ, ਪਰ ਗੱਲਾਂ ਬਾਤਾਂ ਹੀ ਮਨ ਦੇ ਬੋਝ ਆ, ਕਈ ਕੁਛ ਆ, ਉਹ ਉਹਦੇ ਵਿੱਚ ਹੀ ਲੱਗੇ ਹੋਏ ਆ। ਤੇ ਪ੍ਰਭੂ ਉਹ ਦੂਰ ਵੀ ਕਰੀ ਜਾਂਦਾ ਹੈ, ਵਸੀਲੇ ਵੀ ਬਣਾਈ ਜਾਂਦਾ ਆ, ਪਰ ਉਹ ਦੂਰ ਕਰਕੇ ਵਸੀਲੇ ਬਣਾ ਕੇ ਵੀ ਪ੍ਰਭੂ ਉਹਦੇ ਵਿੱਚ ਖੁਸ਼ ਨਹੀਂਗਾ। ਪ੍ਰਭੂ ਕਿਹੜੀ ਚੀਜ਼ 'ਚ ਖੁਸ਼ ਆ? ਜਦੋਂ ਉਹਦੀ ਇੱਛਾ ਪ੍ਰਗਟ ਹੋ ਜਾਏ, ਉਹਦੀ ਇੱਛਾ ਦਾ ਸੰਗ ਹੋ ਜਾਏ। ਹਾਲੇਲੂਇਆ। ਇਹਨਾਂ ਸੰਗ ਹੋ ਰਿਹਾ ਆ, ਪਰ ਉਹਦੀ ਇੱਛਾ ਦਾ ਸੰਗ ਜਿਹੜਾ ਸੀਗਾ ਅਜੇ ਹੋਇਆ ਨਹੀਂ। ਅਜੇ ਉਹਦੀ ਇੱਛਾ ਦਾ ਜਿਹੜੀ ਲਿਆ ਆ, ਉਹਦੀ ਇੱਛਾ ਦਾ ਸੰਗ ਹੋ ਰਿਹਾ। ਉਹਨੂੰ ਖੁਸ਼ੀ ਮਿਲ ਰਹੀ ਆ, ਉਹਨੂੰ ਰੰਗ ਮਿਲ ਰਿਹਾ, ਉਹਨੂੰ ਰੂਹਾਂ ਮਿਲ ਰਹੀਆਂ ਆ। ਪਰ ਇਹ ਜਦੋਂ ਸੰਗ ਹੋਇਆ ਤੇ ਇਹ ਰੂਹ ਇਹਨੂੰ ਮਿਲ ਗਈ ਖੁਦਾ ਨੂੰ। ਇਸ ਰੂਹ ਤੇ ਖੁਦਾ ਨੇ ਕੀ ਕਰ ਲਿਆ? ਧਿਆਨ ਲਗਾ ਲਿਆ। ਹਾਲੇਲੂਇਆ। ਇਹਦੇ ਤੇ ਨਜ਼ਰ ਰੱਖ ਲਈ। ਔਰ ਵਚਨ ਦੱਸਦਾ ਆ, ਇਹਦੇ ਤੋਂ ਬਗਾਂ ਜਾ ਕੇ ਰਾਜੇ ਪੈਦਾ ਹੋਏ, ਔਰ ਰਾਜਿਆਂ ਦੇ ਗਾਂ ਜਾ ਕੇ ਪੀੜ੍ਹੀ ਦੇ ਵਿੱਚੋਂ ਕੌਣ ਪੈਦਾ ਹੋ ਗਿਆ? ਯਿਸੂ ਮਸੀਹ। ਇਸੇ ਇਹਦੇ ਉੱਤੇ ਹੀ, ਇਹਦੇ ਵਿੱਚੋਂ ਹੀ ਇੱਕ ਪੈਦਾ ਹੋਇਆ ਇਸਰਾਇਲ ਦਾ ਰਾਜਾ ਦਾਊਦ, ਜਿਹਦੇ ਲਈ ਖੁਦਾ ਨੇ ਕਿਹਾ, ਇਹ ਦਾਊਦ ਦੇ ਤਖਤ ਤੇ ਮੈਂ ਆ ਕੇ ਬੈਠਾ। ਹਾਲੇਲੂਇਆ। ਕੈਸੀ ਅੱਛੀ ਚੀਜ਼ ਆ ਵੀ ਸਾਡੇ ਵਿੱਚੋਂ ਇਸਤੇਮਾਲ ਹੋਈ ਚੀਜ਼ ਪ੍ਰਭੂ ਇਸਤੇਮਾਲ ਕਰ ਜਾਏ, ਇਹਦੇ ਨਾਲ ਦੀ ਕੋਈ ਰੀਸ ਹੋ ਸਕਦੀ ਨਹੀਂ। ਹਾਲੇਲੂਇਆ। ਹਾਲੇਲੂਇਆ। ਹਾਂ, ਇਹਦੇ ਲਈ ਇੱਕ ਵਚਨ ਹੋਰ ਪੜ੍ਹ ਲਓ। ਪਹਿਲਾ ਰਾਜਾ 12:17। ਪਹਿਲਾ ਰਾਜਾ 12:17। ਪਰ ਉਹ ਇਜ਼ਰਾਈਲੀ ਜਿਹੜੇ ਯਹੂਦਾ ਦੇ ਸ਼ਹਿਰਾਂ ਵਿੱਚ ਵਸਦੇ ਸਨ, ਉਹਨਾਂ ਉੱਤੇ ਰਹਿਬੋਆਮ ਰਾਜ ਕਰਦਾ ਸੀ। ਹਾਂ, ਯਹੂਦਾ ਦੇ ਸ਼ਹਿਰਾਂ ਵਿੱਚ ਜਿਹੜੇ ਵਸਦੇ ਸਨ। ਹਾਲੇਲੂਇਆ। ਹਾਲੇਲੂਇਆ। ਸਿੱਧੇ ਤੇ ਭਾਵ ਆ, ਇਹ ਜਿਹੜਾ ਯਹੂਦਾ ਪੈਦਾ ਹੋਇਆ ਆ, ਯਹੂਦਾ ਦੇ ਨਾਮ ਦਾ ਸ਼ਹਿਰ ਵੀ ਕਹਾਇਆ ਗਿਆ। ਹਾਲੇਲੂਇਆ। ਹਾਲੇਲੂਇਆ। ਯਹੂਦਾ ਦੇ ਨਾਮ ਦਾ ਕੀ ਸੀਗਾ? ਸ਼ਹਿਰ ਵੀ ਕਹਾਇਆ ਗਿਆ। ਆਜੋ ਪੰਨਾ ਨਾ, ਚਮਕਦਾਰ ਹਰਾ ਰੰਗ ਪੰਨਾ। ਔਰ ਹਰੇ ਰੰਗ ਨੂੰ ਆਪਾਂ ਹੋਰ ਕਿਦਾਂ ਦੇਖ ਸਕਦੇ ਹਾਂ? ਹਰਾ ਰੰਗ ਆਪਾਂ ਲਿਖ ਲਿਆ ਸੀ ਮੇਰਾ ਖਿਆਲ, ਪ੍ਰਸ਼ੰਸਾ ਨੂੰ ਦਿਖਾਉਂਦਾ, ਵਿਕਾਸ ਨੂੰ ਦਿਖਾਉਂਦਾ। ਮਤਲਬ ਕਿ ਪ੍ਰਸ਼ੰਸਾ, ਧੰਨਵਾਦ, ਹੈ ਨਾ। ਔਰ ਵਿਕਾਸ ਕੀ ਹੋ ਗਿਆ? ਸ਼ਹਿਰ ਬਣ ਗਿਆ। ਹਾਲੇਲੂਇਆ। ਖੁਸ਼ਹਾਲੀ ਕੀ ਹੋਈ? ਯਾਨੀ ਕਿ ਉਸ ਸ਼ਹਿਰ ਦੇ ਵਿੱਚ ਰਹਿਣ ਦੇ ਨਾਲ ਲੋਕਾਂ ਨੂੰ ਕੀ ਮਿਲ ਰਹੀ ਆ? ਖੁਸ਼ੀ ਮਿਲ ਰਹੀ, ਖੁਸ਼ਹਾਲ ਆ। ਉੱਥੇ ਤੰਗੀ ਦਾ ਕੋਈ ਪ੍ਰੋਗਰਾਮ ਹੈਗਾ ਨਹੀਂ। ਔਰ ਨਵੀਂ ਕੀ ਹੁੰਦੀ ਹੈ? ਇਹਦੇ ਨਾਲ ਸ਼ੁਰੂਆਤ ਹੁੰਦੀ ਹੈ। ਔਰ ਇਹਦੇ ਵਿੱਚੋਂ ਮਸੀਹ ਨਿਕਲ ਕੇ ਆਇਆ ਹੈ ਔਰ ਵੱਧਦਾ ਆ। ਯਹੂਦਾ ਵੱਧਦਾ ਗਿਆ, ਰਾਜਿਆਂ ਨੂੰ ਪੈਦਾ ਕਰਦਾ ਗਿਆ। ਬਹਾਲੀ ਹੋਣੀ ਆ। ਹਾਲੇਲੂਇਆ। ਹਾਲੇਲੂਇਆ। ਸੋ ਆਓ ਫਿਰ ਪ੍ਰਾਰਥਨਾ ਕਰਦੇ ਹਾਂ। ਅੱਜ ਦੇ ਲਈ ਇੰਨਾ ਬਹੁਤ ਹੈ, ਇਹਨਾਂ ਨੂੰ ਯਾਦ ਵੀ ਰੱਖਣਾ ਪੈਣਾ ਹੈ। ਹਾਲੇਲੂਇਆ। ਸੁਧੀ ਹੋ। ਅਗਰ ਤੁਸੀਂ ਕੁਝ ਗੱਲਾਂ ਤੋਂ ਮੇਰੇ ਬੋਲਦੇ ਨਹੀਂ ਲਿਖ ਸਕੀਏ ਤੇ ਤੁਸੀਂ ਜਦੋਂ ਹੁਣ ਘਰ ਜਾ ਕੇ ਇਹਨੂੰ ਇੱਕ ਵਾਰੀ ਸੁਣੋ ਤੇ ਇਹਦੀਆਂ ਗੱਲਾਂ ਨੂੰ ਲਿਖਿਓ, ਜੋ ਮੈਂ ਕਿਹਾ ਇਹਦੇ ਚੋਂ ਕੀ ਹੋਣਾ ਹੈ। ਕੱਲ ਨੂੰ ਇੱਥੇ ਰਿਪੀਟ ਕਰ ਦਿਓ ਤਾਂ ਕਿ ਬਹੁਤੇ ਜਿਹੜੇ ਬਾਅਦ ਚ ਆਉਣਗੇ ਉਹ ਸੁਣ ਲੈਣਗੇ। ਖੁਦਾਵੰਦ ਖੁਦਾ ਤੇਰਾ ਸ਼ੁਕਰ, ਤੇਰੀ ਤਾਰੀਫ, ਧੰਨਵਾਦ ਹੋ ਅੱਜ ਅੱਛੇ ਸਮੇਂ ਲਈ ਖੁਦਾਵੰਦ। ਫਿਰ ਬੈਠ ਕੇ ਤੇਰੇ ਵਚਨ ਤੇ ਧਿਆਨ ਕੀਤਾ ਖੁਦਾਵੰਦ। ਤੇਰਾ ਵਚਨ ਸਾਨੂੰ ਸੀਨੇ ਬੰਦ ਚ ਲੱਗੇ ਪੱਥਰਾਂ ਦੇ ਬਾਰੇ ਦੱਸ ਰਿਹਾ ਹੈ, ਉਹਨਾਂ ਦੀ ਅਹਿਮੀਅਤ ਦੇ ਬਾਰੇ ਦੱਸ ਰਿਹਾ, ਉਹਨਾਂ ਦੇ ਰੰਗਾਂ ਦੇ ਬਾਰੇ ਦੱਸ ਰਿਹਾ ਖੁਦਾਵੰਦ, ਆਦਤਾਂ ਦੇ ਬਾਰੇ ਦੱਸ ਰਿਹਾ ਹੈ ਖੁਦਾਵੰਦ। ਔਰ ਪ੍ਰਭੂ ਅਸੀਂ ਉਹਦੇ ਵਿੱਚੋਂ ਆਪਣੇ ਹਿੱਸੇ ਦੇ ਕੰਮ ਨੂੰ ਲੱਭ ਰਹੇ ਹਾਂ ਖੁਦਾਵੰਦ। ਸਾਡੇ ਤੇ ਉਹਨੂੰ ਪ੍ਰਕਾਸ਼ ਕਰ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ।
ਹੁਣ ਸਾਡੇ ਖੁਦਾਵੰਦ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਬਾਦਸ਼ਾਹ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਪਸੰਦ ਨਾਲ ਹੁੰਦੀ ਰਹੇ। ਆਪਣੇ ਆਪਣੇ ਦਿਲ ਤੇ ਹੱਥ ਰੱਖੋ। ਖੁਦਾਵੰਦ ਧੰਨਵਾਦ ਹੋ ਪ੍ਰਭੂ, ਜਦੋਂ ਇਸ ਤੇ ਬੈਠ ਕੇ ਖੁਦਾਵੰਦ ਅਸੀਂ ਤੇਰੇ ਵਚਨ ਦਾ ਪ੍ਰਕਾਸ਼ ਪਾਇਆ, ਔਰ ਪ੍ਰਭੂ ਹੁਣ ਤੇਰੇ ਲੋਕਾਂ ਨੇ ਆਪਣੇ ਦਿਲਾਂ ਤੇ ਹੱਥ ਰੱਖ ਲਿਆ। ਖੁਦਾਵੰਦ ਤੂੰ ਇਹਨਾਂ ਦੇ ਹੱਥਾਂ ਤੇ ਆਪਣਾ ਹੱਥ ਵਧਾ ਦੇਣਾ, ਰਹਿਮ ਕਰਨਾ ਪ੍ਰਭੂ ਯਿਸੂ ਮਸੀਹ ਨਾਮ। ਆਮੀਨ।